देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਇੰਗਲੈਂਡ ਦਾ ਯੂਕੇ ਦਾ ਪ੍ਰਾਈਮ ਮਿਨਿਸਟਰ ਆਇਆ ਨਹੀਂ ਨਾ, ਇਹਨਾਂ ਰਾਜਿਆਂ ਆਉਣ ਤੋਂ ਝੰਡਾ ਚੜਾਉਣਾ ਇਹਨੂੰ ਪੁੱਛੇ ਵੀ 26 ਜਨਵਰੀ ਦਾ ਉਹ ਤੋਂ ਝੰਡਾ ਚੜਵਾਉਣਾ ਇੰਨੀ ਕਾਹਲੀ ਪਈ ਆ। ਜਾਣ ਬੁੱਝ ਕੇ ਇਹ ਐਸੀ ਚੀਜ਼ ਲੈ ਕੇ ਆ ਰਹੀ ਹੈ ਸੈਂਟਰ ਗਵਰਨਮੈਂਟ ਪਲੈਨਿੰਗ ਨਾਲ ਵੀ ਇੱਕ ਤਾਂ ਖਾਸ ਤੌਰ ਪੰਜਾਬੀਆਂ 'ਚ, ਖਾਸ ਤੌਰ ਸਰਦਾਰਾਂ ਦੇ ਵਿੱਚ ਤੇ ਬਾਹਰ ਬੈਠੇ ਲੋਕਾਂ 'ਚ ਐਸਾ ਇੱਕ ਭੰਬਲ ਭੂਸਾ ਪਾ ਦਈਏ, ਐਸੀ ਇੱਕ ਨਵੀਂ ਜਿਹੜੀ ਗੱਲ ਸ਼ੋਸ਼ਾ ਵਿੱਚ ਛੱਡ ਦਈਏ ਤੇ ਜਿਹਦੇ ਨਾਲ ਖਬਰਾਂ ਹੋਰ ਪਾਸੇ, ਧਿਆਨ ਹੋਰ ਪਾਸੇ ਡਿਵਰਟ ਹੋ ਜੇ, ਉਹਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ ਮੈਂ ਇਹਨਾਂ ਨੇ ਕਿਹਾ ਸੀ ਕਿ ਬਿੱਟੂ ਲਾਸ਼ਾਂ ਦੇ ਢੇਰ ਲਾਉਣ ਦੀ ਗੱਲ ਕਰਦਾ, ਪੂਰੇ ਗੜਬੜ ਕਰਾਉਣ ਦੀ ਗੱਲ ਕਰਦਾ, ਗੋਲੀਆਂ ਚਲਾਉਣ ਦੀ ਗੱਲ ਕਰਦਾ, ਹੁਣ ਉਹ ਬੀਜੇਪੀ ਦੇ ਲੀਡਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇਹ ਵਕੀਲ ਕੀ ਬੀਜੇਪੀ ਦਾ ਨਹੀਂਗਾ? ਕੀ ਇਹ ਤੁਹਾਡਾ ਸੋਲਿਸਿਟਰ ਜਨਰਲ ਨਹੀਂ ਰਿਹਾ? ਜੇਟਲੀ ਸਾਹਿਬ ਤੇ ਸਾਰੇ ਸੀਨੀਅਰ ਲੀਡਰਾਂ ਦੇ ਇਹ ਸੱਜੀ ਬਾਂਹ ਨਹੀਂਗਾ? ਵੀ ਅੱਜ ਇਹ ਰਾਜਵਾਨੇ ਨੂੰ ਫੇਰ ਦੁਬਾਰਾ ਹਿੰਦੂਆਂ ਤੇ ਸਿੱਖਾਂ ਨੂੰ ਉਹਨਾਂ ਨੂੰ ਮਾਰਨ ਲਈ ਉਹਨਾਂ ਨੂੰ ਸ਼ਹੀਦ ਕਰਨੀ ਛੱਡਿਆ ਜਾ ਰਿਹਾ, ਜਾਂ ਤੁਸੀਂ ਪੰਜਾਬ ਦੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਹਾਡਾ ਬਹੁਤ ਵੱਡਾ ਸ਼ੜਯੰਤਰ ਹੈ ਇਹਦੇ ਪਿੱਛੇ? ਸੁਪਰੀਮ ਕੋਰਟ ਨੇ ਸੈਂਟਰ ਸਰਕਾਰ ਨੂੰ ਕਿਹਾ ਕਿ ਰਾਜੋਆਣੇ ਦੀ ਜਿਹੜੀ ਮਰਸੀ ਪਲੀ ਹੈ ਉਹਦੇ ਤੇ ਫੈਸਲਾ 25 ਤਰੀਕ ਤੋਂ ਤੱਕ ਕਰਨ, 26 ਜਨਵਰੀ ਤੋਂ ਪਹਿਲਾਂ ਕੀਤਾ ਜਾਵੇ। ਤੇ ਦੂਜਾ ਪੋਸਟਰ ਵੀ ਕੁਝ ਲੱਗੇ ਨੇ ਸਿੰਘੂ ਬਾਰਡਰ ਤੇ। ਮੇਰੇ ਨਾਲ ਇਸ ਵਕਤ ਰਵਿੰਦਰ ਸਿੰਘ ਬਿੱਟੂ ਮੌਜੂਦ ਨੇ। ਬਿੱਟੂ ਸਾਹਿਬ, ਫਿਰ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਮਾਫੀ ਤੇ ਫਟਾਫਟ ਸੁਪਰੀਮ ਕੋਰਟ ਤਾਂ ਸੈਂਟਰ ਨੂੰ ਡਾਇਰੈਕਸ਼ਨ ਦੇਤਾ, ਮਾਫੀ ਦਾ ਫਟਾਫਟ ਫੈਸਲਾ ਕਰਕੇ ਸਾਨੂੰ ਦੱਸੋ 25 ਤਰੀਕ ਤੱਕ ਹੀ ਮਰਸੀ ਪਲੀ ਰੱਖਣੀ ਹੈ ਨਹੀਂ ਰੱਖਣੀ ਹੈ? ਕਿਉਂਕਿ ਉਹ ਇੰਗਲੈਂਡ ਦਾ ਯੂਕੇ ਦਾ ਪ੍ਰਾਈਮ ਮਿਨਿਸਟਰ ਆਇਆ ਨਹੀਂ ਨਾ, ਇਹਨਾਂ ਰਾਜਿਆਂ ਆਉਣ ਤੋਂ ਝੰਡਾ ਚੜਾਉਣਾ ਇਹਨੂੰ ਪੁੱਛੇ ਵੀ 26 ਜਨਵਰੀ ਦਾ ਉਹ ਤੋਂ ਝੰਡਾ ਚੜਵਾਉਣਾ ਇੰਨੀ ਕਾਹਲੀ ਪਈ ਆ। ਦੇਖੋ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਵਕੀਲ ਪੇਸ਼ ਹੋਏ ਆ ਉਹ ਸਭ ਤੋਂ ਬੀਜੇਪੀ ਦੇ ਨੇੜਲੇ, ਸਭ ਤੋਂ ਇਹਨਾਂ ਨੂੰ ਪਹਿਲਾਂ ਜਦੋਂ ਸਰਕਾਰ ਆਈ ਆ ਉਹ ਸੋਲਿਸਿਟਰ ਜਨਰਲ ਉਹ ਲੱਗੇ ਰਸਤੋਗੀ ਸਾਹਿਬ, ਜਿਹੜੇ ਪੇਸ਼ ਹੋਏ ਨੇ, ਜਿਨ੍ਹਾਂ ਨੇ ਇਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਮੂਹਰੇ ਇਹ ਦਲੀਲ ਰੱਖੀ ਆ। ਮੈਨੂੰ ਸਮਝ ਨਹੀਂ ਆਉਂਦੀ ਵੀ 3 ਵਾਰ ਇਹ ਕੁਝ ਕਰ ਚੁੱਕੇ ਆ। ਇੱਕ ਸਭ ਤੋਂ ਵੱਡਾ ਜਿਹੜਾ ਕਾਤਲ, ਜਿਹੜਾ ਸਭ ਤੋਂ ਵੱਡਾ ਦੁਨੀਆ ਦਾ ਜਿਹੜਾ ਇੱਕ ਇਨਸੀਡੈਂਸ ਇਹੋ ਜਿਹਾ ਹੋਇਆ ਜਿਹਦੇ ਵਿੱਚ ਚੀਫ ਮਿਨਿਸਟਰ ਸਾਹਿਬ ਦੇ ਨਾਲ ਸਾਰੇ ਸਿਕਿਉਰਿਟੀ ਵਾਲੇ, ਡਾਕਟਰ, ਪੀਏ ਸਾਰੇ ਹੀ ਸ਼ਹੀਦ ਹੋ ਗਏ, 17 ਜਾਣੇ, ਉਹਦਾ ਇਹ ਕਾਤਲ ਆ। ਤੇ 17 ਜਾਣਿਆਂ ਦੇ ਪਰਿਵਾਰਾਂ ਨੂੰ ਤਾਂ ਪੁੱਛੋ ਜਾ ਕੇ ਵੀ ਉਹਨਾਂ ਦੇ ਅੱਜ ਕੀ ਹਾਲ ਨੇ, ਉਹਨਾਂ ਦੇ ਬੱਚਿਆਂ ਦੇ ਕੀ ਹਾਲ ਨੇ, ਉਹਨਾਂ ਦੇ ਘਰ ਵਾਲੀਆਂ ਦੇ ਕੀ ਹਾਲ ਨੇ, ਉਹਨਾਂ ਦੇ ਜਿਹੜੇ ਪਿੱਛੇ ਵਾਈਫ ਨੇ, ਨੌਜਵਾਨ ਥੋੜੇ ਡਾਕਟਰ ਸਾਹਿਬ ਸਾਡੇ ਜਿਹੜੇ ਸੀਗੇ ਜਿਹੜੇ ਨਾਲ ਸ਼ਹੀਦ ਹੋਇਆ, ਵਿਆਹ ਨੂੰ ਕੁਛ ਦਿਨ ਮਹੀਨੇ ਹੋਏ ਸੀ, ਜਿਹੜਾ ਸਿਕਿਉਰਿਟੀ ਵਾਲਾ ਨਾਲ ਡੈਥ ਹੋਈ ਆ, ਬੱਚਾ ਕੁਛ ਦਿਨਾਂ ਦਾ ਸੀਗਾ ਜਦੋਂ ਉਹ ਸ਼ਹੀਦ ਹੋਏ ਆ। NSG ਵਾਲੇ, CRP ਵਾਲੇ 17 ਜਾਣੇ ਸੀ, ਪੀਏ ਦੋਨੋਂ। ਤੇ ਮੈਂ ਹੈਰਾਨ ਆ, ਡਰਾਈਵਰ ਸਰਦਾਰ ਬੇਅੰਤ ਸਿੰਘ ਤੇ ਗੱਲ ਅਲੱਗ ਛੱਡ ਦਿਓ, ਤੇ ਬਾਕੀ ਜਿਹੜੇ 17 ਜਾਣੇ ਸੀ ਉਹਨਾਂ ਦਾ ਕੋਈ ਤੁਹਾਨੂੰ ਦਰਦ ਨਹੀਂ? ਤੁਹਾਨੂੰ ਇੱਕ ਰਾਜੋਆਣੇ ਦਾ ਦਰਦ, ਉਹ ਵੀ ਇਸ ਮੌਕੇ, ਕਿਉਂਕਿ 26 ਤੋਂ ਪਹਿਲਾਂ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ 26 ਨੂੰ ਇਸ ਪਰੇਡ ਦੇ ਬਰਾਬਰ ਪਰੇਡ ਸਾਡੀ ਹੋਏਗੀ, ਜਿਹਦੇ ਵਿੱਚ ਅਸੀਂ ਵੀ ਹਾਂ, ਸਾਰੇ ਕਿਸਾਨ ਆ। ਤੇ ਇਹ ਜਾਣ ਬੁੱਝ ਕੇ ਇਹ ਐਸੀ ਚੀਜ਼ ਲੈ ਕੇ ਆ ਰਹੀ ਹੈ ਸੈਂਟਰ ਗਵਰਨਮੈਂਟ ਪਲੈਨਿੰਗ ਨਾਲ ਵੀ ਇੱਕ ਤਾਂ ਖਾਸ ਤੌਰ ਪੰਜਾਬੀਆਂ 'ਚ, ਖਾਸ ਤੌਰ ਸਰਦਾਰਾਂ ਦੇ ਵਿੱਚ ਤੇ ਬਾਹਰ ਬੈਠੇ ਲੋਕਾਂ 'ਚ ਐਸਾ ਇੱਕ ਭੰਬਲ ਭੂਸਾ ਪਾ ਦਈਏ, ਐਸੀ ਇੱਕ ਨਵੀਂ ਜਿਹੜੀ ਗੱਲ ਸ਼ੋਸ਼ਾ ਵਿੱਚ ਛੱਡ ਦਈਏ ਤੇ ਜਿਹਦੇ ਨਾਲ ਖਬਰਾਂ ਹੋਰ ਪਾਸੇ, ਧਿਆਨ ਹੋਰ ਪਾਸੇ ਡਿਵਰਟ ਹੋ ਜੇ, ਉਹਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਤੁਸੀਂ ਇਹ ਭੁਲੇਖਾ ਛੱਡ ਦਿਓ, ਜਿਹੜੇ ਕਿਸਾਨ ਜਥੇਬੰਦੀਆਂ ਉਹ 3 ਬਿੱਲ ਖਾਤਰ ਲੜ ਰਹੀਆਂ, ਮਰ ਰਹੀਆਂ, ਉਹਨਾਂ ਨੇ ਰਹਿਣਾ। ਤੁਹਾਡੇ ਨਾਲ ਤੁਸੀਂ ਇਹ ਗਲਤਫਹਿਮੀ 'ਚ ਭੁਲੇਖੇ 'ਚੋਂ ਤੁਸੀਂ ਚਾਹੁੰਦੇ ਹੋ ਵੀ ਇੱਕ ਰਾਜੋਆਣਾ ਜੇ ਅਸੀਂ ਉਹਨੂੰ ਛੱਡਾਂਗੇ ਤੇ ਪੰਜਾਬ ਤੇ ਬਾਹਰ ਰਹਿੰਦੇ ਪੰਜਾਬੀ ਉਹ ਸਾਰੀਆਂ ਗੱਲਾਂ ਇਹ ਭੁੱਲ ਜਾਣਗੇ ਤੇ ਤੁਹਾਡੇ ਨਾਲ ਬਹੁਤ ਖੁਸ਼ ਹੋ ਜਾਣਗੇ ਵੀ ਰਾਜੋਆਣਾ ਇੱਕ ਬਹੁਤ ਵੱਡਾ ਕਾਤਲ ਆ ਜਿਹੜਾ ਉਹਨੂੰ ਤੁਸੀਂ ਛੱਡਤਾ। ਉਹ 2020 ਵਾਲੇ ਤਾਂ ਖੁਸ਼ ਹੋ ਸਕਦੇ ਆ, ਖਾਲਿਸਤਾਨੀ ਤਾਂ ਖੁਸ਼ ਹੋ ਸਕਦੇ ਆ, ਪਰ ਇਹ ਜਿੰਨੇ ਕਿਸਾਨ ਬੈਠੇ ਆ, ਪੰਜਾਬ ਦੇ ਲੋਕ ਨੇ, ਹਰਿਆਣੇ ਦੇ ਲੋਕ ਨੇ, ਉਹ ਤੁਹਾਡੇ ਮੂੰਹ ਤੇ ਮੈਂ ਸਮਝਦਾ ਲਾਹਣਤਾਂ ਪਾਉਣਗੇ ਵੀ ਐਸਾ ਇੱਕ ਸਾਨੂੰ, ਅਸੀਂ ਤਾਂ ਘਰੋਂ ਕੱਢੇ ਹੋਏ ਆ, ਇੱਕ ਉਹ ਬੰਦੇ ਨੂੰ ਛੱਡ ਰਹੇ ਹੋ ਜਿਹੜਾ ਆ ਕੇ ਫੇਰ ਉਹਦੇ ਲਾਸ਼ਾਂ ਦੇ ਢੇਰ ਲਾਊਗਾ। ਸਾਨੂੰ, ਅਸੀਂ ਤਾਂ ਝੱਲ ਲਾਂਗੇ, ਸਾਨੂੰ ਨਹੀਂ ਕੋਈ ਫਰਕ, ਅਸੀਂ ਪਹਿਲਾਂ ਵੀ ਝੱਲਿਆ, ਜੇ ਉਹ ਆ ਕੇ ਬਾਹਰ ਸਾਨੂੰ ਮਾਰ ਹੀ ਲਊ ਵੱਧ ਤੋਂ ਵੱਧ ਨਾ, ਸ਼ਹੀਦ ਹੀ ਹੋ ਜਾਾਂਗੇ ਦੇਸ਼ ਲਈ, ਤੇ ਉਹ ਸਾਨੂੰ ਕੋਈ ਫਿਕਰ ਨਹੀਂ, ਅਸੀਂ ਤਾਂ ਪਹਿਲਾਂ ਹੀ ਕਫਨ ਜਿਹੜਾ ਬੰਨ੍ਹ ਕੇ ਤੁਰੇ ਹੋਏ ਆ। ਪਰ
ਇਹਦੇ ਨਾਲ ਇੱਕ ਸਿੱਖਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਪਾੜ ਪਾਉਣ ਦੀ, ਦਫਾੜ ਪਾਉਣ ਦੀ। ਤੇ ਅੱਜ ਮੈਂ ਇਹ ਗੱਲ ਕਹਿਣਾ, ਜਿਹੜੇ ਇਹ ਬੀਜੇਪੀ ਦੇ ਲੀਡਰ ਨੇ, ਜਿਹੜੇ ਮੇਰੇ ਤੇ ਕੇਸ ਦਰਜ ਕਰਾਉਂਦੇ ਸੀ ਤੇ ਇਹ ਕਹਿੰਦੇ ਵੀ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ, ਉਹ ਅੱਜ ਦੇਖ ਕੇ ਹੈਰਾਨ ਹੋਣੇ ਆ ਜਦੋਂ ਮੈਂ ਇਹਨਾਂ ਨੇ ਕਿਹਾ ਸੀ ਵੀ ਬਿੱਟੂ ਲਾਸ਼ਾਂ ਦੇ ਢੇਰ ਲਾਉਣ ਦੀ ਗੱਲ ਕਰਦਾ, ਉਰੇ ਗੜਬੜ ਕਰਾਉਣ ਦੀ ਗੱਲ ਕਰਦਾ, ਗੋਲੀਆਂ ਚਲਾਉਣ ਦੀ ਗੱਲ ਕਰਦਾ। ਹੁਣ ਉਹ ਬੀਜੇਪੀ ਦੇ ਲੀਡਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇਹ ਵਕੀਲ ਕੀ ਬੀਜੇਪੀ ਦਾ ਨਹੀਂਗਾ? ਕੀ ਇਹ ਤੁਹਾਡਾ ਸੋਲਿਸਿਟਰ ਜਨਰਲ ਨਹੀਂ ਰਿਹਾ? ਜੇਟਲੀ ਸਾਹਿਬ ਤੇ ਸਾਰੇ ਸੀਨੀਅਰ ਲੀਡਰਾਂ ਦੇ ਇਹ ਸੱਜੀ ਬਾਂਹ ਨਹੀਂਗਾ? ਤੇ ਅੱਜ ਉਹ ਸ਼ਹਿਰੀ, ਜਿਹੜੇ ਸ਼ਹਿਰੀ ਨੇ, ਉਸ ਵੇਲੇ ਹਿੰਦੂ ਸ਼ਹਿਰੀ ਜਿਸ ਤਰੀਕੇ ਨਾਲ ਸਰਦਾਰ ਮਾਰੇ ਜਾ ਰਹੇ ਸੀ, ਤੇ ਅੱਜ ਮੈਂ ਜਵਾਬ ਬੀਜੇਪੀ ਦੇ ਜਿਆਨੀ ਸਾਹਿਬ ਤੇ ਜਿਹੜੇ ਮੈਂ ਫਿਰ ਨਾਂ ਭੁੱਲ ਜਾਂਦਾ, ਉਹਨਾਂ ਦੇ ਜਨਰਲ ਸੈਕਟਰੀ ਨੇ ਜਿਹੜੇ ਅੰਮ੍ਰਿਤਸਰ ਵਾਲੇ ਚੁੱਗ ਸਾਹਿਬ, ਉਹ ਇੱਥੇ ਸੈਂਟਰਲ ਕਮੇਟੀ 'ਚ ਉਹ ਜਵਾਬ ਦੇਣ ਵੀ ਅੱਜ ਇਹ ਰਾਜਵਾਨੇ ਨੂੰ ਫੇਰ ਦੁਬਾਰਾ ਹਿੰਦੂਆਂ ਤੇ ਸਿੱਖਾਂ ਨੂੰ, ਉਹਨਾਂ ਨੂੰ ਮਾਰਨ ਲਈ, ਉਹਨਾਂ ਨੂੰ ਸ਼ਹੀਦ ਕਰਨ ਹੀ ਛੱਡਿਆ ਜਾ ਰਿਹਾ, ਜਾਂ ਤੁਸੀਂ ਪੰਜਾਬ ਦੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਹਾਡਾ ਬਹੁਤ ਵੱਡਾ ਸ਼ੜਯੰਤਰ ਹੈ ਇਹਦੇ ਪਿੱਛੇ, ਜਿਹੜਾ 26 ਤਰੀਕ ਤੋਂ ਪਹਿਲਾਂ ਤੁਸੀਂ, ਇਹ ਸਰਕਾਰ ਆ ਜਿਹੜੀ, ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ, ਇਹ ਤਾਂ ਕੋਰਟ ਨੇ ਕਦੇ ਨਹੀਂ ਕਿਹਾ ਵੀ ਭਾਈ ਕਿਸਾਨਾਂ ਦੇ ਜਿਹੜੇ ਹੱਕ 'ਚ ਤਿੰਨੋਂ ਕਾਨੂੰਨ ਨੇ ਉਹ ਬਣਾਓ, ਇਹਨਾਂ ਨੂੰ ਵਾਪਸ ਲਓ। ਇੱਕ ਅੱਤਵਾਦੀ ਦਾ ਤੁਹਾਨੂੰ ਫਿਕਰ ਆ ਬਾਰ-ਬਾਰ, ਉਹਦੇ ਬਾਰੇ ਤੁਸੀਂ ਪੁੱਛਦੇ ਹੋ ਵੀ ਸਰਕਾਰ ਫੈਸਲਾ ਕਰੇ, ਤੇ ਸਰਕਾਰ ਵੀ ਇਸ ਵੇਲੇ ਕੋਈ ਵੀ ਇਸ ਤੇ ਮੰਦਭਾਗਾ ਫੈਸਲਾ ਕਰ ਸਕਦੀ ਹੈ, ਕਿਉਂਕਿ ਉਹਨਾਂ ਨੇ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਵੰਡਣ ਵਾਲੀ ਗੱਲ ਕਰਨੀ ਆ, ਤੇ ਸਾਡੇ ਵਰਗਿਆਂ ਨੂੰ ਉਹ ਡਰਾਉਣ ਖਾਤਰ ਵੀ ਅਸੀਂ ਜੰਤਰ ਮੰਤਰ ਤੇ ਬੈਠੇ ਆ, ਮੈਂ ਲੀਡ ਕਰ ਰਿਹਾ, ਮੇਰੇ ਤੇ ਪ੍ਰੈਸ਼ਰ ਪਾਉਣ ਲਈ, ਮੈਨੂੰ ਡਰਾਉਣ ਨੂੰ, ਧਮਕਾਉਣ ਨੂੰ ਵੀ ਜੇ ਭਾਈ ਨਹੀਂ ਬੰਦਾ ਬਣੇਗਾ, ਅਸੀਂ ਜਿਹੜਾ ਤੁਹਾਡਾ ਸਰਦਾਰ ਬੇਅੰਤ ਸਿੰਘ ਦਾ ਕਾਤਲ ਆ ਤੇ ਉਹਨੂੰ ਜੇਲ੍ਹ ਚੋਂ ਬਾਹਰ ਕੱਢਾਂਗੇ ਤੇ ਤੁਹਾਡੀਆਂ ਜਾਨਾਂ ਨੂੰ ਦੁਬਾਰਾ ਖਤਰੇ 'ਚ ਪਾ ਦਾਂਗੇ। ਅਸੀਂ ਡਰਨ ਵਾਲੇ ਨਹੀਂ ਗੇ, ਅਸੀਂ ਉਸ ਦਿਨ ਪੈਦਾ ਹੀ ਨਹੀਂ ਹੋਏ, ਅਸੀਂ ਉਸ ਸ਼ਹੀਦ ਆਜ਼ਮ ਦੀ ਗੋਦੀ 'ਚ ਨਿੱਘ ਮਾਣੇ ਆ ਜਿਹਨੇ ਹਮੇਸ਼ਾ ਇਹ ਸਿਖਾਇਆ ਵੀ ਦੇਸ਼ ਲਈ ਕੋਈ ਵੀ ਕੁਰਬਾਨੀ ਦੇਣੀ ਪਏ ਦਵਾਂਗੇ, ਪਰ ਸਾਨੂੰ ਨਾ ਡਾਰਾ ਨਾ ਭਾਓ ਆ। ਉਹਨੂੰ ਛੱਡ ਕੇ ਦੇਖ ਲਓ, ਨਾ ਛੱਡ ਕੇ ਦੇਖ ਲਓ, ਇਹ ਫੈਸਲਾ ਤੁਹਾਡੇ ਬੀਜੇਪੀ ਵਾਲੇ ਵੀ ਇਸ ਗੱਲ ਤੇ ਲਾਹਣਤਾਂ ਪਾਉਣਗੇ। ਪੰਜਾਬ ਦੇ ਖਾਸ ਤੌਰ ਦੇ ਸ਼ਹਿਰਾਂ ਦੇ ਲੋਕ, ਸ਼ਹਿਰਾਂ ਦੇ ਲੀਡਰ ਬੀਜੇਪੀ ਵਾਲੇ, ਅੱਜ ਮੈਂ ਉਹਨਾਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਦਾ, ਇਹ ਨਵੀਂ ਅੱਗੇ ਲਾਉਣ ਲੱਗੇ ਆ, ਸਿਆਸਤ ਆਪਣੀ ਖੇਡਣਾ ਚਾਹੁੰਦੇ ਆ ਪੰਜਾਬ 'ਚ, ਤੇ ਰਾਜੋਆਣੇ ਵਰਗੇ ਦੇ ਇਹ ਆਪਣੇ ਇਹ ਲੀਡਰ ਬਣਾਉਣਗੇ, ਇਹਨਾਂ ਨੂੰ ਸਿੱਖਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਵੋਟਾਂ ਮੰਗਣਗੇ। ਇਸ ਕਰਕੇ ਸਮਝੋ, ਇਹ ਬੜੀਆਂ ਜਿਹੜੀਆਂ ਦੇਸ਼ ਦੀਆਂ ਵੱਡੀਆਂ ਜਿਹੜੇ ਪਾਵਰ ਸੈਂਟਰ ਨੇ, ਏਜੰਸੀਜ਼ ਨੇ ਵੱਡੀਆਂ ਜਿਹੜੀਆਂ, ਉਹਨਾਂ ਨੇ ਇਹ ਨਵੀਂ ਲਾਈਨ ਆ ਜਿਹੜੀ ਇਹਨਾਂ ਨੂੰ ਦਿੱਤੀ ਆ ਵੀ ਇਹਦੇ ਨਾਲ ਹੁੰਦਾ ਕੁਝ ਨਹੀਂ ਹੁੰਦਾ, ਇਹਦੇ ਨਾਲ ਹੋਰ ਨੁਕਸਾਨ ਹੋਊਗਾ। ਤੁਸੀਂ ਛੱਡ ਕੇ ਦੇਖ ਲਓ, ਤੁਹਾਡੇ ਨਾਲ ਕੱਲਾ ਸ਼ਹਿਰੀ ਵੀ, ਪੰਜਾਬ ਦਾ ਪਿੰਡੂ ਤਾਂ ਪਹਿਲਾਂ ਹੀ ਤੁਹਾਡੇ ਨਾਲ 100% ਉਲਟਾ, ਤੇ ਜਿੱਦਣ ਆਹ ਫੈਸਲਾ ਕਰੋਗੇ ਤੁਸੀਂ 26 ਤੋਂ ਪਹਿਲਾਂ, ਇੱਕ ਸ਼ਹਿਰ ਦਾ ਬੰਦਾ ਵੀ ਤੁਹਾਡੇ ਨਾਲ ਬਾਈਕਾਟ ਕਰੂਗਾ, ਤੁਸੀਂ ਦੇਖ ਲਿਓ। ਪਰ ਅੱਜ ਇਹ ਦੇਖ ਲਓ, ਉਹ ਬੰਦੇ ਨੂੰ ਵੀ ਜਿਹੜਾ ਦਲਾਲ ਸੀ ਕੇਸ ਕਰਨ ਵਾਲਾ, ਉਹਨੂੰ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਵੀ ਅੱਜ ਸਰਦਾਰ ਬੇਅੰਤ ਸਿੰਘ ਦੀ ਤੁਸੀਂ ਗੱਲ ਕਰ ਰਹੇ ਸੀ, ਅੱਜ ਹੁਣ ਕਿਹਨੂੰ ਸ਼ਰਮ ਆਊਗੀ, ਤੁਹਾਨੂੰ ਜਾਂ ਮੈਨੂੰ? ਪਿਛਲੀ ਵਾਰ ਦੀ ਗੱਲ ਕਰੀਏ, ਜਦੋਂ ਛੱਡਣ ਦੀ ਗੱਲ ਹੋਈ ਸੀ ਇਸ ਤਰ੍ਹਾਂ ਦੀ, ਤੇ ਤੁਸੀਂ ਮਾਮਲਾ ਚੱਕਿਆ ਸੀ ਸੰਸਦ ਦੇ ਵਿੱਚ, ਹੋਮ ਮਿਨਿਸਟਰ ਹੋਰਾਂ ਨੇ ਜਵਾਬ ਵੀ ਦਿੱਤਾ ਕਿ ਇਹੋ ਜਿਹਾ ਸਾਡਾ ਕੋਈ ਹਲੇ ਪ੍ਰੋਸੀਜਰ ਨਹੀਂ ਹੈ। ਪਰ ਹੁਣ ਜਿਹੜਾ ਜੀ ਕੋਰਟ ਵੱਲੋਂ ਸੈਂਟਰ ਨੂੰ ਕਿਹਾ ਗਿਆ, ਤਾਂ ਹੁਣ ਦੁਬਾਰਾ ਹੋਮ ਮਿਨਿਸਟਰ ਨੂੰ ਤੁਸੀਂ ਅਪਰੋਚ ਕਰੋਗੇ ਇਸ ਮਾਮਲੇ 'ਚ? ਮੈਂ ਤਾਂ ਅਮਿਤ ਸ਼ਾਹ ਜੀ ਦਾ ਇੱਕ ਵਾਰ ਨਹੀਂ, ਜਦ ਵੀ ਮਿਲਿਆ ਪਾਰਲੀਮੈਂਟ 'ਚ, ਉਹਨਾਂ ਦਾ ਸ਼ੁਕਰੀਆ ਸਿਰ ਝੁਕਾ ਕੇ ਕੀਤਾ ਵੀ ਤੁਸੀਂ ਜਿਹੜਾ ਦੇਸ਼ ਦੇ ਖਾਤਰ, ਜਿਸ ਇਨਸਾਨ ਨੇ ਕੋਈ ਆਪਣੇ ਖਾਤਰ ਥੋੜੀ, ਉਹ ਤਾਂ ਚੀਫ ਮਿਨਿਸਟਰ ਦੇ ਅਹੁਦਾ ਮੌਜ ਨਾਲ ਹੰਢਾ ਸਕਦੇ ਸੀ, ਉਹਨਾਂ ਨੂੰ ਕੀ ਲੋੜ ਸੀ 5 ਸਾਲ ਬਾਕੀ 10 ਸਾਲ ਕਰਦੇ, ਉਹ ਵੀ ਬਾਦਲ ਸਾਹਿਬ ਵਾਂਗੂ, ਕੈਪਟਨ ਅਮਰਿੰਦਰ ਸਿੰਘ ਜੀ ਵਾਂਗੂ ਜਾਂ ਹੋਰਾਂ ਵਾਂਗੂ ਰਾਜ ਸੱਤਾ 10 ਸਾਲ ਲਈ ਕਰ ਸਕਦੇ ਸੀ। ਉਹਨਾਂ ਨੂੰ ਕਿਹੜਾ ਬੁਰੀ ਲੱਗਦੀ ਸੀ? ਉਹਨਾਂ ਨੂੰ ਕੀ ਲੋੜ ਸੀ ਆਪਣੀ ਜਾਨ ਝੋਖਣ ਪਾਉਣ? ਕਿਉਂ ਉਹਨਾਂ ਨੇ ਬੰਬ ਨਾਲ ਉਹਦੇ ਟੁਕੜੇ ਹੋਏ ਉਹਨਾਂ ਦੇ? ਇਸ ਕਰਕੇ ਇਹ ਤਾਂ ਸੋਚਣਾ ਸਰਕਾਰਾਂ ਦਾ ਕੰਮ ਆ। ਸਰਕਾਰਾਂ ਮਤਲਬ ਦੇਸ਼, ਸਰਕਾਰ ਜਿਹੜੀ ਵੀ ਹੁੰਦੀ ਆ ਉਸ ਵੇਲੇ ਉਹ ਦੇਸ਼ ਦੀ, ਲੋਕਾਂ ਦੀ ਸਰਕਾਰ ਹੁੰਦੀ ਆ। ਨਹੀਂ, ਮੈਂ ਹੁਣ ਨਹੀਂ ਜਾਊਂਗਾ, ਮੈਂ ਬਿਲਕੁਲ ਨਾ ਕਿਸੇ ਨੂੰ, ਨਾ ਰਾਸ਼ਟਰਪਤੀ ਜੀ ਨੂੰ, ਨਾ ਹੋਮ ਮਿਨਿਸਟਰ ਸਾਹਿਬ ਨੂੰ, ਮੈਂ ਇਸ ਗੱਲ ਬਾਰੇ ਬਿਲਕੁਲ ਵੀ ਅਸੀਂ ਗੱਲ ਨਹੀਂ ਕਰਾਂਗੇ। ਅਸੀਂ ਆਪਣੇ ਤੇ ਚੱਲਾਂਗੇ। ਜ਼ਿੰਦਗੀ ਪ੍ਰਮਾਤਮਾ ਦੇ ਹੱਥ ਆ, ਜੇ ਉਹਦੇ ਹੱਥੋਂ ਇਹਨਾਂ ਨੇ ਸਾਨੂੰ ਮਰਾਉਣਾ ਹੋਊ ਤਾਂ ਮਰਾ ਲੈਣ, ਜੇ ਹੋਰ ਤਾਂ ਹੁਣ ਕੋਈ ਜਰਨੀ ਜੰਤਰ ਮੰਤਰ ਤੇ ਹੀ ਬੈਠੇ ਆ, ਅਸੀਂ ਤਾਂ ਛੱਡ ਦੇਣ ਉਹਨੂੰ ਖੁੱਲਾ। ਇਹੀ ਅੱਗ ਲੱਗੀ ਆ ਨਾ, ਜੇ ਉਹ ਛੁੱਟੇਗਾ ਤਾਂ ਆਜੇ ਜੰਤਰ ਮੰਤਰ ਭਾਈ ਸਾਨੂੰ ਮਾਰ ਦੇ, ਆ ਕੇ ਉਡਾ ਦੇ, ਇੰਨਾ ਹੀ ਇਹ ਚਾਹੁੰਦੇ ਆ। ਹੋਰ ਇਹ ਨਵੀਂ ਗੱਲ ਮੈਨੂੰ ਦੱਸੋ, ਇਸ ਵੇਲੇ ਐਡੀ ਵੱਡੀ ਅੱਗ ਲੱਗੀ ਪਈ ਆ, ਕਰੋਨਾ ਨਾਲ ਮਹਾਮਾਰੀ ਆ, ਇਹ ਕੀ ਰਣਨੀਤੀਆਂ ਖੇਡਦੇ ਆ? ਇਹ ਕੋਰਟ 'ਚ ਇਹਨਾਂ ਦਾ ਜਾ ਕੇ ਸੱਜੀ ਬਾਂਹ ਇਹਨਾਂ ਦਾ ਹੀ ਮਤਲਬ ਇਹ ਆਪ ਹੀ ਸਮਝ ਲਓ, ਮੋਦੀ ਤੇ ਅਮਿਤ ਸ਼ਾਹ ਜੀ ਆਪ ਸਮਝ ਲਓ, ਜੇ ਉਹ ਰਸਤੋਗੀ ਸਾਹਿਬ ਇਹ ਕੋਰਟ 'ਚ ਜਾ ਕੇ ਗੱਲ ਕਰਦੇ ਆ, ਤੇ ਮੈਂ ਸਮਝਦਾ
ਦੁੱਖ ਹੋਇਆ, ਮੰਦਭਾਗੀ ਗੱਲ ਹੋਈ ਆ ਵੀ ਅਸੀਂ ਕਿਸਾਨਾਂ ਲਈ, ਮਜ਼ਦੂਰਾਂ ਲਈ ਅਸੀਂ ਕੋਈ ਆਪਣੇ ਖਾਤਰ ਧਰਨਾ ਤਾਂ ਨਹੀਂ ਲਾਇਆ ਹੋਇਆ, ਅਸੀਂ ਕੋਈ ਲੈਣਾ ਨਹੀਂ। ਪੋਸਟਰ ਵੀ ਸਾਹਮਣੇ ਆ ਰਹੇ ਨੇ, ਕੋਈ ਸਟੇਜ ਤੇ ਪੋਸਟਰ ਲੱਗੇ ਗਏ ਨੇ ਤੁਹਾਡੇ ਜਿਹੜੇ ਦਾਦਾ ਜੀ ਨੇ ਬੇਅੰਤ ਸਿੰਘ ਉਹਨਾਂ ਦੇ ਵਾਹਨ ਨੂੰ ਲੈ ਕੇ। ਉਹ ਉੱਥੇ ਅੱਜ ਇੱਕ ਗੱਲ ਸਾਹਮਣੇ ਆਈ ਆ, ਆ ਜਿਹੜੇ ਕੋਈ ਗੋਦੀ ਮੀਡੀਆ ਏ, ਖਾਸ ਤੌਰ ਤੇ ਇਹਨਾਂ ਦਾ ਗੋਦੀ ਮੀਡੀਆ ਸਵੇਰ ਦਾ ਇਹ ਕਈ ਚੈਨਲਾਂ ਤੇ ਗੱਲ ਚਲਾ ਰਹੇ ਆ ਵੀ ਉੱਥੇ ਜਿਹੜਾ ਇਹ ਜਗਤਾਰ ਸਿੰਘ ਹਵਾਰਾ ਉਹਦੇ ਸਟੇਜ ਦੇ ਕੋਲ ਪੋਸਟਰ ਲੱਗੇ ਆ। ਇਹ ਸਿਰਫ ਇਹ ਵੀ ਮੈਨੇਜ ਕੀਤੇ ਜਾਂਦੇ ਆ ਬਈ ਕਿਸ ਤਰੀਕੇ ਨਾਲ ਹੁਣ ਇਸ ਕਿਸਾਨਾਂ ਦੇ ਸੰਘਰਸ਼ ਨੂੰ ਇਹਨੂੰ ਦਾਗਦਾਰ ਕਰੀਏ, ਕਲੰਕਿਤ ਕਰੀਏ। ਇਹ ਸਾਡੀ ਆਪ ਦੀ ਗੱਲ ਆ, ਅਸੀਂ ਨਜਿੱਠ ਲਾਂਗੇ ਉਹਨੂੰ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਜੇ ਰਾਜਵਾਣੇ ਦੇ ਨਾ ਇਹਦੇ ਜਿਹੜਾ ਹਵਾਰੇ ਦੇ ਪੋਸਟਰ ਲੱਗੇ ਆ ਉਹ ਕਿਸਾਨ ਜਥੇਬੰਦੀਆਂ ਆਪਣੇ ਆਪ ਦੇਖ ਲੈਣਗੀਆਂ, ਉਹਨਾਂ ਦਾ ਜੋ ਜੀ ਕਰਦਾ ਉਹ ਕਰਨ, ਜਿਹਦੇ ਪੋਸਟਰ ਲਵਾਉਣਾ ਚਾਹੁੰਦੇ ਉਹ ਲਵਾਉਣਾ ਚਾਹੁਣ। ਪਰ ਮੈਂ ਇਹ ਗੱਲ ਕਹੂੰਗਾ ਵੀ ਇਹ ਬਹਾਨਾ ਲੱਭ ਕੇ, ਜਿਵੇਂ ਕਿ ਅੱਤਵਾਦੀ ਆਪਾਂ ਨੂੰ ਕਹਿ ਰਹੇ ਆ, ਖਾਲਿਸਤਾਨੀ ਕਹਿ ਰਹੇ ਆ, ਤੇ ਆਪਾਂ ਵੀ ਇਹ ਮੌਕਾ ਇਹਨਾਂ ਨੂੰ ਕਾਹਨੂੰ ਦੇਣਾ। ਪਰ ਇਹ ਆਪਣੇ ਟੀਵੀ ਤੇ ਪਤਾ ਨਹੀਂ ਆਪ ਲਵਾ ਲੈਂਦੇ ਆ ਜਾਂ ਕੌਣ ਉੱਥੇ ਮੈਨੇਜ ਕਰਕੇ ਰਾਤੋਂ ਰਾਤ ਉਹ ਜਿਹੜਾ ਪੋਸਟਰ ਆ ਉਹ ਲਾਇਆ ਹੋਇਆ। ਇਹ ਕਿਹਾ ਹੋਇਆ ਵੀ ਜੇ ਦਿੱਲੀਏ ਤੂੰ ਹੱਕ ਨਹੀਂ ਦਵਾਏਂਗੀ ਤਾਂ ਫਿਰ ਸਾਡੇ ਬਾਗੀ ਬਣਦੇ ਆ। ਆਪਾਂ ਆਪਣਾ ਦੇਸ਼ ਆਪਾਂ ਬਿਲਕੁਲ ਬਾਗੀ ਨਹੀਂ ਹੋਣਾ। ਆਪਾਂ ਆਪਣੀ ਲੜਾਈ ਇਹਨਾਂ ਦੇ ਜਿੱਤ ਕੇ, ਆਪਾਂ ਕਿਸੇ ਗੱਲ ਤੋਂ ਕਮਜ਼ੋਰ ਆ। ਅਸੀਂ ਕਿਉਂ ਬਣੀਏ ਜੀ ਬਾਗੀ, ਅਸੀਂ ਕਿਉਂ ਬਣੀਏ ਲੁਟੇਰੇ, ਅਸੀਂ ਕਿਉਂ ਚੋਰ ਬਣੀਏ, ਅਸੀਂ ਕਿਉਂ ਅੱਤਵਾਦੀ ਬਣੀਏ। ਸਾਡਾ ਦੇਸ਼ ਆ, ਆਪਣੇ ਹਿੱਕ ਦੇ ਜ਼ੋਰ ਤੇ ਦਿੱਲੀ ਨੂੰ ਜਿੱਤ ਕੇ ਲੈ ਕੇ ਜਾਵਾਂਗੇ, ਇਹ ਕਿਤੇ ਬਾਹਰਲੀ ਥੋੜੀ ਆ। ਤੇ ਇਸ ਕਰਕੇ ਇਹ ਮੈਂ ਜ਼ਰੂਰ ਕਹੂੰਗਾ ਵੀ ਕਿਸਾਨ ਲੀਡਰਾਂ ਨੂੰ ਇਸ ਚੀਜ਼ ਗੱਲ ਤੋਂ ਆਪਾਂ ਬਚੀਏ, ਕਿਉਂਕਿ ਨਹੀਂ ਇਹ ਗੋਦੀ ਮੀਡੀਆ ਏ ਲਗਾਤਾਰ ਸਵੇਰ ਦਾ, ਤੇ ਹੋਰ ਚੈਨਲ ਵੀ ਲੱਗ ਜਾਣਗੇ ਜਿਹੜੇ ਇਹਨਾਂ ਦੇ ਨਾਲ ਦੇ ਆ ਵੀ ਉੱਥੇ ਤਾਂ ਜੀ ਆਹ ਅੱਤਵਾਦੀ ਦੀ ਫੋਟੋ ਲੱਗੀ ਹੋਈ ਆ। ਪਰ ਇਸ ਗੱਲ ਨੂੰ ਬਿਲਕੁਲ ਸਿਰੇ ਤੋਂ ਮੈਂ ਨਕਾਰਦਾ, ਇਸ ਗੱਲ ਨੂੰ ਬਿਲਕੁਲ ਵੀ ਤਰਜੀਹ ਨਹੀਂ ਦੇਣੀ ਚਾਹੀਦੀ, ਕਿਉਂਕਿ ਇਹ ਪਹਿਲਾਂ ਹੀ ਲਗਾਤਾਰ ਤਾਂ ਇਹ ਗੱਲ ਕਹਿ ਰਹੇ ਆ ਜਿਹੜੇ ਇਹਨਾਂ ਦੇ ਗਰੇਵਾਲ ਸਾਹਿਬ ਨੇ, ਦੂਜੇ ਇਹਨਾਂ ਦੇ ਜਿਆਨੀ ਸਾਹਿਬ ਨੇ, ਜਾਂ ਹੋਰ ਜਿਹੜੇ ਵੀ ਆ ਵੀ ਇਹ ਤਾਂ ਜੀ ਅੱਤਵਾਦੀ ਬੈਠੇ ਆ ਪਹਿਲਾਂ ਹੀ, ਤੇ ਇਹਨਾਂ ਨੂੰ ਆਪਾਂ ਮੌਕਾ ਨਾ ਦਈਏ। ਮੈਂ ਤਾਂ ਇੰਨਾ ਹੀ ਹੱਥ ਜੋੜ ਕੇ ਕਹਿਣਾ, ਪਰ ਕੋਈ ਵੀ ਮੈਂ ਇਸ ਵਿਘਨ ਨਹੀਂ ਪਾਉਣਾ ਚਾਹੁੰਦਾ। ਜੋ ਉਹਨਾਂ ਦੀ ਮਰਜ਼ੀ ਆ ਉਹ ਕਰਨ, ਕਿਉਂਕਿ ਇਹ ਬਹੁਤ ਵੱਡਾ ਸੰਘਰਸ਼ ਇਸ ਵੇਲੇ ਚੱਲ ਰਿਹਾ। ਮੈਂ ਕਿੰਤੂ ਪਰੰਤੂ ਨਾ ਕਿਸਾਨ ਲੀਡਰਸ਼ਿਪ ਤੇ ਨਾ ਮੈਂ ਉਹਨਾਂ ਤੇ ਕਰਨਾ, ਐਨ ਉਹਨਾਂ ਦੇ ਨਾਲ ਖੜੇ ਆ, ਡਟ ਕੇ ਖੜੇ ਆ, ਚਾਹੇ ਕਿਤੇ ਤੱਕ ਵੀ ਜਾਣਾ ਪਏ। ਚਾਹੇ ਠੀਕ ਆ ਉਹ ਸਾਡੇ ਕਾਤਲ ਨੇ, ਉਹਨਾਂ ਦੇ ਪੋਸਟਰ ਵੀ ਲੱਗੇ ਰਹਿਣ ਤਾਂ ਵੀ ਸਾਨੂੰ ਕੋਈ ਫਰਕ ਨਹੀਂ। ਉਹ ਲੜਾਈਆਂ ਅਸੀਂ ਆਪਣੇ ਆਪ ਲੜ ਲਾਂਗੇ, ਨਜਿੱਠ ਲਾਂਗੇ, ਪਰ ਇਹਦੇ ਵਿੱਚ ਵਿਘਨ ਨਹੀਂ ਪੈਣ ਦੇਣਾ। ਬਿਲਕੁਲ ਅਸੀਂ ਰਵਨੀਤ ਸਿੰਘ ਬਿੱਟੂ ਕਈ ਗੱਲਾਂ ਤੇ ਇਹਨਾਂ ਨੇ ਆਪਣੀ ਰਾਏ ਰੱਖੀ ਹੈ, ਤੇ ਜਿਸ ਤਰ੍ਹਾਂ ਜਿਹੜੇ ਪੋਸਟਰ ਲੱਗੇ ਨੇ ਜਾਂ ਫਾਂਸੀ ਜਿਹੜੀ ਮਾਫੀ ਦੇਣ ਦੀ ਗੱਲ ਹੋ ਰਹੀ ਰਾਜੋਆਣਾ ਦੀ, ਉਹਦੇ ਤੇ ਵੀ ਇਹਨਾਂ ਨੇ ਸ਼ੰਕਾ ਜ਼ਾਹਿਰ ਕੀਤੀ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਣ ਨਿਤਿਨਵਾਨ, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।